ਹੈਲੋ ਡੀਅਰ ਸਟੂਡੈਂਟ। ਪਹਿਲਾਂ ਅਸੀਂ ਕਹਾਣੀ 21ਵੀਂ ਸਦੀ ਜੋ ਕਿ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਜੀ ਦੀ ਸ਼ਾਹਕਾਰ ਰਚਨਾ ਹੈ ਦੀ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਇਸ ਕਹਾਣੀ ਦਾ ਸਾਰ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਰੀਡ ਕਰਾਂਗੇ। ਕਹਾਣੀ 21ਵੀਂ ਸਦੀ ਵਿੱਚ ਲੇਖਕ ਨੇ ਜੋ ਅਜੋਕੇ ਅਤੇ ਪੁਰਾਣੇ ਸਮੇਂ ਦੀ ਤੁਲਨਾ ਕੀਤੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ। ਨੈਕਸਟ ਬੇਟਾ ਉੱਤਰ ਹੈ, ਕਹਾਣੀ 21ਵੀਂ ਸਦੀ ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਕਥਾ ਸੰਗਮ ਵਿੱਚ ਦਰਜ ਹੈ ਜੋ ਕਿ ਗੁਰਬਚਨ ਸਿੰਘ ਭੁੱਲਰ ਜੀ ਦੀ ਸ਼ਾਹਕਾਰ ਰਚਨਾ ਹੈ। ਲੇਖਕ ਨੇ ਇਸ ਕਹਾਣੀ ਵਿੱਚ ਅਜੋਕੇ ਮਨੁੱਖ ਦਾ ਚਰਿੱਤਰ ਉਜਾਗਰ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਕੰਮਾਂ ਕਾਰਾਂ ਵਿੱਚ ਉਲਝਿਆ ਹੋਣ ਕਾਰਨ ਨਿਰਮੋਹਾ ਹੋ ਗਿਆ ਹੈ ਤੇ ਉਹ ਆਪਣੇ ਰਿਸ਼ਤਿਆਂ ਤੋਂ ਇੰਨਾ ਦੂਰ ਹੋ ਗਿਆ ਹੈ ਕਿ ਉਸ ਦੀ ਆਪਣੇ ਆਲੇ ਦੁਆਲੇ ਨਾਲ ਦੁੱਖ ਸੁੱਖ ਦੀ ਸਾਂਝ ਵੀ ਘਟਦੀ ਜਾ ਰਹੀ ਹੈ। ਉਸ ਕੋਲ ਆਪਣੇ ਮਾਂ-ਬਾਪ ਆਂਢ ਗੁਆਂਢ ਲਈ ਵੀ ਸਮਾਂ ਨਹੀਂ ਹੈ। ਉਹ ਆਪਣੇ ਮਾਤਾ ਪਿਤਾ ਪ੍ਰਤੀ ਫਰਜ਼ਾਂ ਤੋਂ ਵੀ ਅਵੇਸਲਾ ਹੁੰਦਾ ਜਾ ਰਿਹਾ ਹੈ ਅਤੇ ਹਰ ਰਿਸ਼ਤੇ ਨੂੰ ਨਫੇ ਨੁਕਸਾਨ ਦੀ ਕਸੌਟੀ ਤੇ ਪਰਖਦਾ ਹੈ। ਇਸ ਦੇ ਨਾਲ ਹੀ ਲੇਖਕ ਨੇ ਇਸ ਕਹਾਣੀ ਵਿੱਚ ਭ੍ਰਿਸ਼ਟਾਚਾਰੀ ਦਾ ਇੱਕ ਪੱਖ ਵੀ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸਭ ਤੋਂ ਪਹਿਲਾਂ ਬੇਟਾ ਅਸੀਂ ਪ੍ਰਸੰਗ ਨਾਲ ਸੰਬੰਧਿਤ ਲਾਈਨਾਂ ਲਿਖੀਆਂ ਹਨ। ਸਭ ਤੋਂ ਪਹਿਲੇ ਕਹਾਣੀ ਦਾ ਨਾਮ 21ਵੀਂ ਸਦੀ, ਬੋਰਡ ISC, ਪੁਸਤਕ ਦਾ ਨਾਮ ਕਥਾ ਸੰਗਮ ਅਤੇ ਕਿਸ ਦੀ ਰਚਨਾ ਹੈ? ਗੁਰਬਚਨ ਸਿੰਘ ਭੁੱਲਰ। ਠੀਕ ਹੈ, ਫਿਰ ਇਸ ਤੋਂ ਬਾਅਦ ਵਿਸ਼ੇ ਨਾਲ ਸੰਬੰਧਿਤ ਲਾਈਨਾਂ ਆ ਜਾਂਦੀਆਂ ਨੇ। ਠੀਕ ਬੇਟਾ, ਹੁਣ ਦੇਖੋ ਫਸਟ ਵਰਡ ਇੱਥੇ ਆਇਆ ਜਿਵੇਂ ਉਜਾਗਰ। ਉਜਾਗਰ ਕੀਤਾ ਮਤਲਬ ਪੇਸ਼ ਕੀਤਾ। ਲੇਖਕ ਨੇ ਇਸ ਕਹਾਣੀ ਵਿੱਚ ਅਜੋਕੇ ਮਨੁੱਖ ਦਾ ਚਰਿੱਤਰ ਉਜਾਗਰ ਕੀਤਾ ਹੈ। ਠੀਕ ਹੈ, ਕਿ ਅੱਜ ਦਾ ਮਨੁੱਖ ਕਿਸ ਤਰ੍ਹਾਂ ਦਾ ਉਸ ਦਾ ਰਵੱਈਆ ਹੈ, ਉਸ ਦੇ ਚਰਿੱਤਰ ਨੂੰ, ਉਸ ਦੀ ਜੋ ਸ਼ਖਸੀਅਤ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ। ਨੈਕਸਟ ਲਾਈਨ ਦੇਖੋ ਬੇਟਾ, ਅਤੇ ਦੱਸਿਆ ਹੈ ਕਿ ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਕੰਮਾਂ ਕਾਰਾਂ ਵਿੱਚ ਉਲਝਿਆ ਹੋਣ ਕਾਰਨ ਮਤਲਬ ਵਿਅਸਤ ਰੁੱਝਿਆ ਹੋਣ ਕਾਰਨ ਨਿਰਮੋਹਾ ਹੋ ਗਿਆ ਹੈ। ਨਿਰਮੋਹਾ ਮਤਲਬ ਕਿ ਪਿਆਰ ਦੀ ਭਾਵਨਾ ਘਟਦੀ ਜਾ ਰਹੀ ਹੈ। ਠੀਕ ਹੈ, ਕਿ ਅੱਜ ਮਨੁੱਖ ਜੋ ਆਪਣੇ ਕੰਮ ਕਾਜਾਂ ਵਿੱਚ ਇੰਨਾ ਉਲਝ ਗਿਆ ਹੈ ਕਿ ਉਸ ਦੇ ਦਿਲ ਵਿੱਚ ਕਿਸੇ ਦੇ ਪ੍ਰਤੀ ਵੀ ਪਿਆਰ ਦੀ ਭਾਵਨਾ ਘਟਦੀ ਜਾ ਰਹੀ ਹੈ। ਇਸ ਲਈ ਉਹ ਆਪਣੇ ਰਿਸ਼ਤਿਆਂ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਠੀਕ ਹੈ, ਅਤੇ ਇੱਥੋਂ ਤੱਕ ਕਿ ਉਸ ਦੀ ਆਪਣੇ ਆਲੇ ਦੁਆਲੇ ਨਾਲ, ਆਪਣੇ ਆਂਢ ਗੁਆਂਢ, ਆਪਣੇ ਮਾਂ-ਬਾਪ ਦੇ ਨਾਲ ਜੋ ਦੁੱਖ ਸੁੱਖ ਦੀ ਸਾਂਝ ਹੈ ਉਹ ਵੀ ਘਟਦੀ ਜਾ ਰਹੀ ਹੈ। ਠੀਕ ਹੈ, ਹੁਣ ਨੈਕਸਟ ਇੱਥੇ ਬੇਟਾ ਅਸੀਂ ਲਾਈਨ ਪੜ੍ਹੀ ਸੀ, ਉਹ ਆਪਣੇ ਮਾਤਾ ਪਿਤਾ ਪ੍ਰਤੀ ਫਰਜ਼ਾਂ ਤੋਂ ਵੀ ਅਵੇਸਲਾ ਹੁੰਦਾ ਜਾ ਰਿਹਾ ਹੈ। ਇਸ ਦਾ ਅਰਥ ਹੈ ਕਿ ਅਜੋਕਾ ਮਨੁੱਖ ਆਪਣੇ ਮਾਂ-ਬਾਪ ਦੇ ਪ੍ਰਤੀ ਜੋ ਫਰਜ਼ ਹਨ ਉਹਨਾਂ ਨੂੰ ਵੀ ਭੁੱਲਦਾ ਜਾ ਰਿਹਾ ਹੈ, ਉਹਨਾਂ ਨੂੰ ਵੀ ਦਿਲੋਂ ਵਿਸਾਰਦਾ ਜਾ ਰਿਹਾ ਹੈ। ਠੀਕ ਹੈ, ਨੈਕਸਟ ਲਾਈਨ ਬੇਟਾ ਸੀ, ਅਤੇ ਹਰ ਰਿਸ਼ਤੇ ਨੂੰ ਨਫੇ ਨੁਕਸਾਨ, ਨਫਾ ਮਤਲਬ ਲਾਭ, ਨੁਕਸਾਨ ਘਾਟਾ, ਔਰ ਕਸੌਟੀ ਅਰਥ ਹੁੰਦਾ ਜਿਵੇਂ ਇਮਤਿਹਾਨ। ਠੀਕ ਹੈ, ਕਿ ਹਰ ਰਿਸ਼ਤੇ ਨੂੰ ਲਾਭ ਹਾਨੀ ਦੀ ਕਸੌਟੀ ਤੇ ਪਰਖਦਾ ਹੈ। ਠੀਕ ਬੇਟਾ, ਹੁਣ ਦੇਖੋ ਇਸ ਦੇ ਨਾਲ ਹੀ ਜੋ ਲੇਖਕ ਹੈ ਉਸਨੇ ਭ੍ਰਿਸ਼ਟਾਚਾਰ ਦਾ ਵੀ ਇੱਕ ਪੱਖ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਯੈਸ ਬੇਟਾ, ਨਾਓ ਨੈਕਸਟ ਪੈਰਾ, ਕਹਾਣੀ ਦੇ ਆਧਾਰ ਤੇ ਕਹਾਣੀਕਾਰ ਸਵੇਰੇ ਸਵੇਰੇ ਅਖਬਾਰ ਪੜ੍ਹ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਉਸ ਦੀ ਪਤਨੀ ਪਿੰਜਰੇ ਵਿੱਚ ਫਸੀ ਹੋਈ ਚੂਹੀ ਨੂੰ ਖਾਲੀ ਮੈਦਾਨ ਵਿੱਚ ਛੱਡਣ ਗਈ ਹੁੰਦੀ ਹੈ ਤੇ ਉਹ ਆਉਂਦੇ ਸਮੇਂ ਵੇਖਦੀ ਹੈ ਕਿ ਅਹੂਜੇ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਬਿਸਤਰਾ ਤੇ ਜ਼ਨਾਨਾ ਕੱਪੜੇ ਪਏ ਹੋਏ ਹਨ। ਇਹ ਵੇਖ ਕੇ ਉਸ ਨੂੰ ਸ਼ੱਕ ਹੁੰਦਾ ਹੈ ਕਿ ਅਹੂਜੇ ਦੀ ਮਾਂ ਮਰ ਗਈ ਹੈ ਤੇ ਉਹ ਘਰ ਜਾ ਕੇ ਇਹ ਗੱਲ ਆਪਣੇ ਪਤੀ ਨਾਲ ਸਾਂਝੀ ਕਰਦੀ ਹੈ। ਹੁਣ ਦੇਖੋ ਬੇਟਾ, ਕਹਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਹਾਣੀਕਾਰ ਸਵੇਰੇ ਸਵੇਰੇ ਅਖਬਾਰ ਪੜ੍ਹ ਰਿਹਾ ਸੀ। ਉਸ ਸਮੇਂ ਉਸ ਦੀ ਪਤਨੀ
ਜੋ ਚੂਹੀ ਪਿੰਜਰੇ ਵਿੱਚ ਫਸੀ ਹੋਈ ਸੀ ਉਸ ਨੂੰ ਖਾਲੀ ਮੈਦਾਨ ਵਿੱਚ ਛੱਡਣ ਗਈ ਸੀ ਅਤੇ ਜਦੋਂ ਉਹ ਵਾਪਸ ਆਉਂਦੀ ਹੈ ਤਾਂ ਉਸ ਸਮੇਂ ਉਹ ਮਿਸਟਰ ਅਹੂਜਾ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਬਿਸਤਰਾ ਤੇ ਕੁਝ ਜਨਾਨਾ ਕੱਪੜੇ ਪਏ ਹੋਏ ਵੇਖਦੀ ਹੈ ਤੇ ਇਸ ਨੂੰ ਵੇਖਣ ਉਪਰੰਤ ਉਸ ਦੇ ਮਨ ਵਿੱਚ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਅਹੂਜਾ ਦੀ ਮਾਂ ਮਰ ਗਈ ਹੈ। ਇਸ ਲਈ ਉਹ ਘਰ ਆ ਕੇ ਇਹ ਗੱਲ ਆਪਣੇ ਪਤੀ ਨੂੰ ਦੱਸਦੀ ਹੈ। ਨੈਕਸਟ ਬੇਟਾ, ਉਸ ਦੀ ਗੱਲ ਸੁਣ ਕੇ ਕਹਾਣੀਕਾਰ ਨਾ ਤਾਂ ਬਹੁਤਾ ਸੋਗੀ ਹੁੰਦਾ ਹੈ ਅਤੇ ਨਾ ਹੀ ਮਰਨ ਵਾਲੀ ਦੇ ਨੂੰਹ ਪੁੱਤਰ ਪ੍ਰਤੀ ਕੋਈ ਹਮਦਰਦੀ ਜ਼ਾਹਰ ਕਰਦਾ ਹੈ, ਸਗੋਂ ਉਹ ਦੋਵੇਂ ਪਤੀ ਪਤਨੀ ਪਿੰਜਰੇ ਵਿੱਚ ਫਸਣ ਵਾਲੇ ਚੂਹੇ ਚੂਹੀਆਂ ਨੂੰ ਮੁੱਖ ਰੱਖ ਕੇ ਭ੍ਰਿਸ਼ਟਾਚਾਰ ਦੀ ਸਮੱਸਿਆ 'ਤੇ ਚਰਚਾ ਕਰਦੇ ਹਨ। ਸੋ ਇਸ ਤਰ੍ਹਾਂ ਬੇਟਾ ਜਦੋਂ ਲੇਖਕ ਦੀ ਪਤਨੀ ਉਸ ਨੂੰ ਘਰ ਆ ਕੇ ਇਹ ਗੱਲ ਦੱਸਦੀ ਹੈ ਕਿ ਉਸ ਦੇ ਮਨ ਵਿੱਚ ਇਹ ਸ਼ੱਕ ਹੈ ਕਿ ਸ਼ਾਇਦ ਅਹੂਜਾ ਦੀ ਮਾਂ ਮਰ ਗਈ ਹੈ ਅਤੇ ਜਦੋਂ ਇਹ ਗੱਲ ਉਹ ਲੇਖਕ ਨਾਲ ਸਾਂਝੀ ਕਰਦੀ ਹੈ ਤਾਂ ਉਸ ਸਮੇਂ ਲੇਖਕ ਨੂੰ ਕੋਈ ਜ਼ਿਆਦਾ ਦੁੱਖ ਮਹਿਸੂਸ ਨਹੀਂ ਹੁੰਦਾ, ਕਿਉਂਕਿ ਉਹ ਪਹਿਲਾਂ ਹੀ ਸੋਗੀ ਖਬਰਾਂ ਨਾਲ ਭਰਿਆ ਹੋਇਆ ਅਖਬਾਰ ਪੜ੍ਹ ਰਿਹਾ ਸੀ ਅਤੇ ਨਾਲ ਹੀ ਉਹ ਜੋ ਮਰਨ ਵਾਲੀ ਮਤਲਬ ਮਿਸਟਰ ਅਹੂਜਾ ਦੀ ਮਾਂ ਸੀ, ਉਸ ਦੇ ਨੂੰਹ ਪੁੱਤ ਪ੍ਰਤੀ ਵੀ ਕੋਈ ਹਮਦਰਦੀ ਜ਼ਾਹਰ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮਿਸਟਰ ਅਹੂਜਾ ਅਤੇ ਮਿਸਿਸ ਅਹੂਜਾ ਦਾ ਆਪਣੀ ਮਾਂ ਦੇ ਪ੍ਰਤੀ ਰਵੱਈਆ ਕੋਈ ਚੰਗਾ ਨਹੀਂ ਸੀ। ਫਿਰ ਇਸ ਤੋਂ ਬਾਅਦ ਦੋਵੇਂ ਪਤੀ ਪਤਨੀ ਪਿੰਜਰੇ ਵਿੱਚ ਜੋ ਫਸਣ ਵਾਲੇ ਚੂਹੇ ਚੂਹੀਆਂ ਹਨ ਉਹਨਾਂ ਨੂੰ ਮੁੱਖ ਰੱਖ ਕੇ ਭ੍ਰਿਸ਼ਟਾਚਾਰ ਦੀ ਸਮੱਸਿਆ 'ਤੇ ਚਰਚਾ ਕਰਦੇ ਹਨ। ਹੁਣ ਭ੍ਰਿਸ਼ਟਾਚਾਰ ਦੀ ਸਮੱਸਿਆ 'ਤੇ ਚਰਚਾ ਕਿਉਂ ਕਰਦੇ ਹਨ? ਕਿਉਂਕਿ ਜੋ ਗੋਦਾਮਾਂ ਵਿੱਚ ਅਨਾਜ ਰੱਖਿਆ ਜਾਂਦਾ ਹੈ ਅਤੇ ਉਸ ਅਨਾਜ ਨੂੰ ਜੋ ਵੱਡੇ ਵੱਡੇ ਅਫਸਰ ਹਨ ਉਹ ਆਪਣੀ ਜੇਬਾਂ ਭਰਨ ਲਈ ਵੇਚ ਦਿੰਦੇ ਹਨ, ਪਰ ਇਹ ਦਿਖਾਵਾ ਕੀਤਾ ਜਾਂਦਾ ਹੈ ਕਿ ਇਹ ਅਨਾਜ ਜੋ ਹੈ ਚੂਹਿਆਂ ਦੁਆਰਾ ਬਰਬਾਦ ਕੀਤਾ ਗਿਆ ਹੈ। ਇਸ ਤਰ੍ਹਾਂ ਦੋਵੇਂ ਪਤੀ ਪਤਨੀ ਭ੍ਰਿਸ਼ਟਾਚਾਰ ਦੀ ਸਮੱਸਿਆ 'ਤੇ ਚਰਚਾ ਕਰਦੇ ਹਨ। ਠੀਕ ਹੈ, ਨੈਕਸਟ ਦੇਖੋ ਬੇਟਾ, ਇਸ ਉਪਰੰਤ ਉਹ ਦੋਵੇਂ ਮਿਸਟਰ ਅਹੂਜਾ ਦੇ ਘਰ ਜਾਣ ਦੀ ਬਜਾਏ ਮਿਸਟਰ ਛਾਬੜਾ ਦੇ ਘਰ ਜਾਣ ਦੀ ਸਲਾਹ ਬਣਾਉਂਦੇ ਹਨ, ਕਿਉਂਕਿ ਉਹ ਮਿਸਟਰ ਅਹੂਜਾ ਦਾ ਗੁਆਂਢੀ ਸੀ। ਪਰ ਇੱਕ ਤਾਂ ਛਾਬੜਾ ਪਰਿਵਾਰ ਜਾਗਦਾ ਚਿਰਾਕੇ ਸੀ ਅਤੇ ਦੂਸਰਾ ਉਹ ਛੇਤੀ ਨਾਲ ਕਿਸੇ ਲਈ ਆਪਣਾ ਲੋਹੇ ਦਾ ਗੇਟ ਨਹੀਂ ਖੋਲ੍ਹਦੇ ਸਨ। ਇਸ ਦੇ ਨਾਲ ਹੀ ਲੇਖਕ ਅਤੇ ਉਸ ਦੀ ਪਤਨੀ ਸਵੇਰੇ ਸਵੇਰੇ ਕਿਸੇ ਦੇ ਘਰ ਮੌਤ ਦਾ ਸੋਗ ਕਰਨ ਤੋਂ ਸੰਕੋਚ ਕਰਦੇ ਹਨ। ਫਿਰ ਦੇਖੋ ਬੇਟਾ, ਇਸ ਤੋਂ ਬਾਅਦ ਲੇਖਕ ਅਤੇ ਉਸ ਦੀ ਪਤਨੀ ਦੋਵੇਂ ਮਿਸਟਰ ਅਹੂਜਾ ਦੇ ਘਰ ਨਹੀਂ ਜਾਂਦੇ, ਬਲਕਿ ਉਹ ਸੋਚਦੇ ਹਨ ਕਿ ਉਹਨਾਂ ਨੂੰ ਮਿਸਟਰ ਅਹੂਜਾ ਦੇ ਗੁਆਂਢੀ ਮਿਸਟਰ ਛਾਬੜਾ ਦੇ ਘਰ ਜਾਣਾ ਚਾਹੀਦਾ ਹੈ ਅਤੇ ਉੱਥੋਂ ਉਹਨਾਂ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਮਿਸਟਰ ਅਹੂਜਾ ਦੀ ਮਾਂ ਦੀ ਮੌਤ ਹੋ ਗਈ ਹੈ ਜਾਂ ਨਹੀਂ। ਪਰ ਇਸ ਸੰਬੰਧੀ ਵੀ ਉਹ ਆਪਸ ਵਿੱਚ ਗੱਲਬਾਤ ਕਰਦੇ ਹਨ ਕਿ ਛਾਬੜਾ ਦੇ ਘਰ ਵੀ ਇੰਨੀ ਸਵੇਰੇ ਸਵੇਰੇ ਜਾਇਆ ਜਾਵੇ ਕਿ ਨਾ, ਕਿਉਂਕਿ ਛਾਬੜਾ ਪਰਿਵਾਰ ਜੋ ਸੀ ਉਹ ਦੇਰੀ ਨਾਲ ਉੱਠਦੇ ਸਨ ਅਤੇ ਦੂਸਰੀ ਗੱਲ ਇਹ ਸੀ ਕਿ ਉਹ ਛੇਤੀ ਨਾਲ ਕਿਸੇ ਦੇ ਲਈ ਆਪਣਾ ਲੋਹੇ ਦਾ ਗੇਟ ਨਹੀਂ ਖੋਲ੍ਹਦੇ ਸਨ। ਅਤੇ ਇਸ ਦੇ ਨਾਲ ਹੀ ਲੇਖਕ ਅਤੇ ਉਸ ਦੀ ਪਤਨੀ ਦੇ ਮਨ ਵਿੱਚ ਵੀ ਇਹ ਵਿਚਾਰ ਸੀ ਕਿ ਸਵੇਰੇ ਸਵੇਰੇ ਕਿਸੇ ਦੇ ਘਰ ਮੌਤ ਦਾ ਸੋਗ ਕਰਨਾ ਵੀ ਚੰਗੀ ਗੱਲ ਨਹੀਂ ਹੈ। ਨੈਕਸਟ ਬੇਟਾ, ਇਸ ਤੋਂ ਬਾਅਦ ਲੇਖਕ ਅਜੋਕੇ ਸਮੇਂ ਦੀ ਤੁਲਨਾ ਪੁਰਾਣੇ ਸਮੇਂ ਨਾਲ ਕਰਦਾ ਹੈ ਕਿ ਅੱਜ ਅਜੀਬ ਸਮਾਂ ਆ ਗਿਆ ਹੈ। ਜੇਕਰ ਕਿਸੇ ਦੇ ਦੁੱਖ ਸੁੱਖ ਦਾ ਪਤਾ ਲੈਣ ਜਾਣਾ ਹੋਵੇ ਤਾਂ ਵੇਲਾ ਦੇਖ ਕੇ ਜਾਣਾ ਪੈਂਦਾ ਹੈ ਅਤੇ ਐਤਵਾਰ ਤੋਂ ਬਿਨਾਂ ਅਜਿਹੇ ਕੰਮਾਂ ਲਈ ਕਿਸੇ ਕੋਲ ਵਿਹਲ ਹੀ ਨਹੀਂ ਹੁੰਦੀ। ਇੱਥੋਂ ਤੱਕ ਕਿ ਦੁੱਖ ਸੁੱਖ ਤਾਂ ਇੱਕ ਪਾਸੇ ਰਿਹਾ, ਮਰੇ ਦੀ ਹਮਦਰਦੀ ਲਈ ਜਾਣ ਵਾਸਤੇ ਵੀ ਵੇਲਾ ਵਿਚਾਰਨਾ ਪੈਂਦਾ ਹੈ। ਇੱਕ ਪਾਸੇ ਮਰਦ ਇੱਕ ਦੂਜੇ ਨਾਲ ਸਲਾਹਾਂ ਕਰਦੇ ਹਨ ਕਿ ਕਿੰਨੇ ਵਜੇ ਚੱਲਣਾ ਹੈ ਅਤੇ ਦੂਜੇ ਪਾਸੇ ਔਰਤਾਂ ਆਪਣੇ ਸੂਟ ਸਾੜੀਆਂ ਛਾਂਟਣ ਲੱਗ ਪੈਂਦੀਆਂ ਹਨ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਲੇਖਕ ਅੱਜ ਦੇ ਸਮੇਂ ਦੀ ਤੁਲਨਾ ਪੁਰਾਣੇ ਸਮੇਂ ਨਾਲ ਕਰਦਾ ਹੈ ਕਿ ਜੋ ਅੱਜ ਦਾ ਸਮਾਂ ਹੈ ਬਹੁਤ ਹੀ ਅਜੀਬ ਸਮਾਂ ਆ ਗਿਆ ਹੈ। ਜੇਕਰ ਕਿਸੇ ਨੇ ਕਿਸੇ ਦੇ ਘਰ ਦੁੱਖ ਸੁੱਖ ਵੰਡਾਉਣ ਜਾਣਾ ਹੈ ਤੇ ਸਮਾਂ ਵਿਚਾਰਨਾ ਪੈਂਦਾ ਹੈ ਅਤੇ ਇੱਥੋਂ ਤੱਕ ਕਿ ਲੋਕਾਂ ਕੋਲ ਇੰਨੀ ਵਿਹਲ ਹੀ ਨਹੀਂ ਹੈ ਕਿ ਉਹ ਕਿਸੇ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਣ। ਇਸ ਲਈ ਸਿਰਫ ਇੱਕ ਐਤਵਾਰ ਦਾ ਦਿਨ ਹੀ ਹੁੰਦਾ ਹੈ ਜਦੋਂ ਕੋਈ ਕਿਸੇ ਦੇ ਘਰ ਜਾ ਸਕਦਾ ਹੈ। ਠੀਕ ਹੈ, ਅਤੇ ਦੁੱਖ ਸੁੱਖ ਦੀ ਗੱਲ ਤਾਂ ਦੂਰ ਰਹੀ, ਜੇਕਰ ਕਿਸੇ ਦੇ ਘਰ ਮਰੇ ਦੀ ਹਮਦਰਦੀ ਲਈ ਵੀ
ਮਰੇ ਦੇ ਅਫਸੋਸ ਲਈ ਵੀ ਜਾਣਾ ਹੋਵੇ ਤਾਂ ਉਸ ਸਮੇਂ ਵੀ ਵੇਲਾ ਵੇਖਣਾ ਪੈਂਦਾ ਹੈ। ਜੋ ਮਰਦ ਹੁੰਦੇ ਹਨ ਉਹ ਇੱਕ ਦੂਜੇ ਨਾਲ ਸਲਾਹਾਂ ਕਰਨ ਲੱਗ ਪੈਂਦੇ ਹਨ ਕਿ ਕਿੰਨੇ ਕੁ ਵਜੇ ਚੱਲਣਾ ਹੈ, ਅਤੇ ਜੋ ਦੂਜੇ ਪਾਸੇ ਔਰਤਾਂ ਹੁੰਦੀਆਂ ਹਨ ਉਹ ਆਪਣੇ ਸੂਟ ਸਾੜੀਆਂ ਛਾਂਟਣ ਲੱਗ ਪੈਂਦੀਆਂ ਹਨ, ਕੰਘੀ ਪੱਟੀ ਕਰਨ ਲੱਗ ਪੈਂਦੀਆਂ ਹਨ। ਠੀਕ ਹੈ। ਨੈਕਸਟ ਬੇਟਾ, ਜਦ ਕਿ ਉਹ ਵੀ ਸਮਾਂ ਸੀ ਜਦੋਂ ਕਿਸੇ ਦਾ ਦੁੱਖ ਸੁੱਖ ਵੰਡਾਉਣ ਲਈ ਵੇਲਾ ਨਹੀਂ ਵੇਖਿਆ ਜਾਂਦਾ ਸੀ। ਇਸੇ ਤਰ੍ਹਾਂ ਜਦੋਂ ਤਾਏ ਸੁਰਜਨ ਸਿੰਘ ਦੀ ਮਾਂ ਅੰਬੋ ਬਿਸ਼ਨੀ ਮੰਜੇ ਉੱਤੇ ਪੈ ਗਈ ਸੀ ਤਾਂ ਆਥਣ ਉੱਗਣ ਦੁਪਹਿਰੇ ਤਿਪਹਿਰੇ ਜਦੋਂ ਵੀ ਠੀਕ ਲੱਗਦਾ ਲੋਕ ਉਸ ਦਾ ਪਤਾ ਲੈਣ ਲਈ ਆਉਂਦੇ ਰਹਿੰਦੇ ਸਨ। ਅਤੇ ਜਦੋਂ ਸਿਆਲ ਦੀ ਠਰੀ ਰਾਤ ਅੰਬੋ ਬਿਸ਼ਨੀ ਪੂਰੀ ਹੋਈ ਸੀ ਤਾਂ ਉਸ ਦੀ ਨੂੰਹ ਸ਼ਾਮ ਕੌਰ ਦੇ ਵੈਣ ਸੁਣ ਕੇ ਸਾਰੇ ਤਾਏ ਸੁਰਜਨ ਸਿੰਘ ਦੇ ਘਰ ਇਕੱਠੇ ਹੋ ਗਏ ਸਨ। ਇੱਥੋਂ ਤੱਕ ਕਿ ਪਿੰਡ ਦੇ ਗੱਭਰੂ ਮੁੰਡੇ ਰਾਤੋਂ ਰਾਤ ਰਿਸ਼ਤੇਦਾਰੀਆਂ ਵਾਲੇ ਪਿੰਡਾਂ ਵਿੱਚ ਸੁਨੇਹਾ ਦੇਣ ਲਈ ਤੁਰ ਪਏ ਸਨ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਲੇਖਕ ਪੁਰਾਣੇ ਸਮੇਂ ਦਾ ਜ਼ਿਕਰ ਕਰਦਾ ਹੈ ਕਿ ਜਦੋਂ ਪੁਰਾਣਾ ਸਮਾਂ ਸੀ ਉਸ ਵੇਲੇ ਲੋਕ ਕਿਸੇ ਦਾ ਦੁੱਖ ਸੁੱਖ ਵੰਡਾਉਣ ਲਈ ਸਮਾਂ ਨਹੀਂ ਵੇਖਦੇ ਸਨ। ਅਤੇ ਜਦੋਂ ਤਾਏ ਸੁਰਜਨ ਸਿੰਘ ਦੀ ਮਾਂ ਅੰਬੋ ਬਿਸ਼ਨੀ ਮੰਜੇ ਉੱਤੇ ਪਈ ਸੀ ਤਾਂ ਉਸ ਸਮੇਂ ਲੋਕ ਆਥਣ ਉੱਗਣ, ਆਥਣ ਮਤਲਬ ਸ਼ਾਮ, ਉੱਗਣ ਸਵੇਰੇ, ਸ਼ਾਮ ਸਵੇਰੇ, ਦੁਪਹਿਰੇ ਤਿਪਹਿਰੇ ਜਦੋਂ ਵੀ ਕਿਸੇ ਦਾ ਵਕਤ ਲੱਗਦਾ ਉਸ ਦਾ ਪਤਾ ਲੈਣ ਲਈ ਆਉਂਦੇ ਰਹਿੰਦੇ ਸਨ। ਅਤੇ ਜਦੋਂ ਸਿਆਲ ਦੀ ਰਾਤ ਠਰੀ ਰਾਤ ਨੂੰ ਅੰਬੋ ਬਿਸ਼ਨੀ ਪੂਰੀ ਹੋਈ ਸੀ ਤਾਂ ਜਦੋਂ ਲੋਕਾਂ ਨੇ ਉਸ ਦੀ ਨੂੰਹ ਸ਼ਾਮ ਕੌਰ ਦੇ ਵੈਣ ਸੁਣੇ ਤਾਂ ਸਾਰੇ ਜਾਣੇ ਖੁਦ ਹੀ ਤਾਏ ਸੁਰਜਨ ਸਿੰਘ ਦੇ ਘਰ ਇਕੱਠੇ ਹੋ ਗਏ ਸਨ। ਅਤੇ ਜੋ ਪਿੰਡ ਦੇ ਗੱਭਰੂ ਮੁੰਡੇ ਸਨ ਉਹ ਜੋ ਅੰਬੋ ਬਿਸ਼ਨੀ ਦੀ ਰਿਸ਼ਤੇਦਾਰੀਆਂ ਵਾਲੇ ਪਿੰਡ ਸਨ ਉੱਥੇ ਖੁਦ ਹੀ ਸੁਨੇਹਾ ਦੇਣ ਲਈ ਤੁਰ ਪਏ ਸਨ। ਨੈਕਸਟ ਬੇਟਾ, ਪਰ ਅੱਜ ਅਹੂਜੇ ਦੀ ਮਾਂ ਪੂਰੀ ਹੋਈ ਹੈ ਅਤੇ ਇਸ ਸੰਬੰਧੀ ਕਿਸੇ ਨੂੰ ਵੀ ਖਬਰ ਨਹੀਂ ਹੈ। ਅਸਲ ਵਿੱਚ ਅਹੂਜੇ ਦੀ ਮਾਂ ਸੰਗਮਰਮਰ ਦੀਆਂ ਪੌੜੀਆਂ ਤੋਂ ਤਿਲਕ ਕੇ ਮੰਜੇ ਨਾਲ ਮੰਜਾ ਹੋ ਗਈ ਸੀ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਸਨ। ਅਤੇ ਜਦੋਂ ਸੱਟ ਦਾ ਪਤਾ ਲੱਗਣ 'ਤੇ ਗਲੀ ਦੀਆਂ 3-4 ਜਨਾਨੀਆਂ ਇਕੱਠੀਆਂ ਹੋ ਕੇ ਗਈਆਂ ਸਨ ਤਾਂ ਉਹਨਾਂ ਦੇ ਨੌਕਰ ਨੇ ਬਿਨਾਂ ਗੇਟ ਖੋਲ੍ਹੇ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਸੀ, ਕਿਉਂਕਿ ਅਹੂਜੇ ਦਾ ਪਹਿਲੇ ਦਿਨ ਤੋਂ ਹੀ ਕਿਸੇ ਨਾਲ ਵੀ ਕੋਈ ਬਹੁਤਾ ਵਾਹ ਵਾਸਤਾ ਨਹੀਂ ਸੀ। ਹੁਣ ਦੇਖੋ ਬੇਟਾ, ਫਿਰ ਲੇਖਕ ਆ ਜਾਂਦਾ ਅਜੋਕੇ ਸਮੇਂ 'ਤੇ ਕਿ ਅੱਜ ਅਹੂਜਾ ਦੀ ਮਾਂ ਪੂਰੀ ਹੋ ਗਈ ਹੈ, ਪਰ ਇਸ ਬਾਰੇ ਕਿਸੇ ਨੂੰ ਸੂਹ ਤੱਕ ਨਹੀਂ ਹੈ। ਅਸਲ ਵਿੱਚ ਜੋ ਅਹੂਜਾ ਦੀ ਮਾਂ ਸੀ ਉਹ ਸੰਗਮਰਮਰ ਦੀਆਂ ਪੌੜੀਆਂ ਤੋਂ ਤਿਲਕ ਗਈ ਸੀ ਅਤੇ ਜਿਸ ਕਾਰਨ ਉਹ ਮੰਜੇ ਨਾਲ ਮੰਜਾ ਹੋ ਗਈ ਸੀ, ਭਾਵ ਕਿ ਕਾਫੀ ਬਿਮਾਰ ਹੋ ਗਈ ਸੀ ਅਤੇ ਉਹ ਖੁਦ ਆਪਣਾ ਪਾਸਾ ਤੱਕ ਨਹੀਂ ਪਲਟ ਸਕਦੀ ਸੀ, ਕਿਉਂਕਿ ਉਸ ਦੀਆਂ ਦੋਵੇਂ ਲੱਤਾਂ ਵੀ ਕੰਮ ਨਹੀਂ ਕਰਦੀਆਂ ਸਨ। ਅਤੇ ਇਸ ਤਰ੍ਹਾਂ ਜਦੋਂ ਗਲੀ ਦੀਆਂ 3-4 ਔਰਤਾਂ ਇਕੱਠੀਆਂ ਹੋ ਕੇ ਉਸ ਦਾ ਪਤਾ ਲੈਣ ਗਈਆਂ ਸਨ ਤਾਂ ਉਸ ਸਮੇਂ ਮਿਸਟਰ ਅਹੂਜਾ ਦੇ ਨੌਕਰ ਨੇ ਬਿਨਾਂ ਗੇਟ ਖੋਲ੍ਹੇ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਸੀ। ਠੀਕ ਹੈ, ਕਿਉਂਕਿ ਜੋ ਮਿਸਟਰ ਅਹੂਜਾ ਸੀ ਉਸ ਦਾ ਆਪਣੀ ਕਲੋਨੀ ਵਿੱਚ ਕਿਸੇ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਸੀ, ਬਹੁਤਾ ਮੇਲ ਮਿਲਾਪ ਨਹੀਂ ਸੀ। ਠੀਕ ਹੈ। ਨੈਕਸਟ ਬੇਟਾ, ਉਸ ਨੇ ਜਦੋਂ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਸਾਰਾ ਕੰਮ ਠੇਕੇਦਾਰ ਨੂੰ ਸੌਂਪਿਆ ਹੋਇਆ ਸੀ ਅਤੇ ਉਸ ਨੇ ਮਕਾਨ ਬਣਨ ਉਪਰੰਤ ਇੱਥੇ ਵਸਣ ਤੋਂ ਪਹਿਲਾਂ ਕੁਝ ਧਾਰਮਿਕ ਰਸਮਾਂ ਕੀਤੀਆਂ ਸਨ। ਉਸ ਸਮੇਂ ਉਸ ਨੇ ਸਿਰਫ 2-4 ਘਰਾਂ ਨੂੰ ਹੀ ਨੌਕਰ ਦੇ ਹੱਥ ਕਾਰਡ ਭਿਜਵਾਏ ਸਨ। ਹੁਣ ਦੇਖੋ ਬੇਟਾ ਨੈਕਸਟ ਕਿ ਜਦੋਂ ਮਿਸਟਰ ਅਹੂਜਾ ਜੋ ਸੀ ਉਸਨੇ ਆਪਣਾ ਮਕਾਨ ਬਣਾਉਣਾ ਵੀ ਸ਼ੁਰੂ ਕੀਤਾ ਸੀ ਅਤੇ ਉਹ ਬਹੁਤ ਘੱਟ ਆਉਂਦਾ ਸੀ। ਉਸਨੇ ਸਾਰਾ ਕੰਮ ਹੀ ਠੇਕੇਦਾਰ ਨੂੰ ਸੌਂਪਿਆ ਹੋਇਆ ਸੀ। ਠੀਕ, ਅਤੇ ਜਦੋਂ ਮਕਾਨ ਬਣ ਜਾਂਦਾ ਹੈ ਅਤੇ ਉਸਨੇ ਇਸ ਕਲੋਨੀ ਵਿੱਚ ਵਸਣ ਤੋਂ ਪਹਿਲਾਂ ਕੁਝ ਧਾਰਮਿਕ ਰਸਮਾਂ ਕੀਤੀਆਂ ਸਨ, ਪਰ ਉਸ ਸਮੇਂ ਵੀ ਮਿਸਟਰ ਅਹੂਜਾ ਨੇ ਸਿਰਫ 2-4 ਘਰਾਂ ਨੂੰ ਹੀ ਆਪਣੇ ਨੌਕਰ ਦੇ ਹੱਥ ਕਾਰਡ ਭਿਜਵਾਏ ਸਨ। ਠੀਕ ਹੈ, ਮਤਲਬ ਕਿ ਉਸ ਦਾ ਕਿਸੇ ਦੇ ਨਾਲ ਬਹੁਤਾ ਮੇਲ ਜੋਲ ਨਹੀਂ ਸੀ। ਜੋ ਇਹ ਕਾਰਡ ਵੀ ਭੇਜੇ ਗਏ ਸਨ ਇਹ ਸਿਰਫ ਵਿਖਾਵਾ ਕਰਨ ਲਈ ਹੀ ਭਿਜਵਾਏ ਗਏ ਸਨ। ਠੀਕ ਹੈ। ਨੈਕਸਟ ਬੇਟਾ, ਪਰ ਅੱਜ ਅਹੂਜਾ ਦੀ ਮਾਂ ਦੀ ਮੌਤ ਹੋਣ ਕਾਰਨ ਲੇਖਕ ਅਤੇ ਉਸ ਦੀ ਪਤਨੀ ਗੁਆਂਢ ਮੱਥਾ ਹੋਣ ਕਰਕੇ ਅਫਸੋਸ ਕਰਨ ਜਾਣਾ ਚਾਹੁੰਦੇ ਹਨ। ਇਸ ਲਈ ਜਦ ਉਹ
ਮਿਸਟਰ ਛਾਬੜਾ ਦੇ ਘਰ ਜਾਂਦੇ ਹਨ ਤਾਂ ਮਿਸਟਰ ਛਾਬੜਾ ਉਹਨਾਂ ਦਾ ਗੇਟ ਤੋਂ ਵਾਪਸ ਨਾ ਜਾਣ ਦਾ ਇਰਾਦਾ ਵੇਖ ਕੇ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਬਿਠਾ ਦਿੰਦਾ ਹੈ ਅਤੇ ਜਦੋਂ ਲੇਖਕ ਅਹੂਜਾ ਦੀ ਮਾਂ ਦੀ ਮੌਤ ਬਾਰੇ ਪੁੱਛਦਾ ਹੈ ਤਾਂ ਮਿਸਟਰ ਛਾਬੜਾ ਦੱਸਦਾ ਹੈ ਕਿ ਉਹ ਤਾਂ ਕੱਲ੍ਹ ਦੁਪਹਿਰ ਦੀ ਮਰ ਗਈ ਹੈ। ਉਸ ਸਮੇਂ ਲੇਖਕ ਮਿਸਟਰ ਛਾਬੜਾ ਨੂੰ ਅਹੂਜਾ ਦੇ ਘਰ ਉਸ ਦੀ ਮਾਂ ਦੇ ਅੰਤਿਮ ਸੰਸਕਾਰ ਲਈ ਜਾਣ ਬਾਰੇ ਆਖਦਾ ਹੈ ਤਾਂ ਮਿਸਟਰ ਛਾਬੜਾ ਦੱਸਦਾ ਹੈ ਕਿ ਉਹ ਵੀ ਕੱਲ੍ਹ ਹੀ ਪਿਛਲੇ ਪਹਿਰ ਹੋ ਗਿਆ ਸੀ। ਇੱਥੋਂ ਤੱਕ ਕਿ ਅੰਤਿਮ ਰਸਮਾਂ ਅਤੇ ਇਸ਼ਨਾਨ ਤੱਕ ਨਹੀਂ ਕਰਵਾਇਆ ਗਿਆ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜੋ ਲੇਖਕ ਅਤੇ ਉਸ ਦੀ ਪਤਨੀ ਹੈ ਉਹ ਫਿਰ ਵੀ ਅਹੂਜਾ ਦੇ ਘਰ ਉਸ ਦੀ ਮਾਂ ਦੀ ਮੌਤ ਹੋਣ ਕਾਰਨ ਅਫਸੋਸ ਕਰਨ ਲਈ ਜਾਣਾ ਚਾਹੁੰਦੇ ਸਨ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਗੁਆਂਢ ਮੱਥਾ ਹੈ, ਇਸ ਲਈ ਦੁੱਖ ਦੇ ਸਮੇਂ ਜ਼ਰੂਰ ਜਾਣਾ ਚਾਹੀਦਾ ਹੈ। ਪਰ ਇਹ ਜਾਣੇ ਬਿਨਾਂ ਕਿ ਅਹੂਜਾ ਦੀ ਮਾਂ ਸੱਚਮੁੱਚ ਹੀ ਮਰ ਗਈ ਹੈ, ਉਹ ਸਿੱਧੇ ਅਹੂਜਾ ਦੇ ਘਰ ਨਹੀਂ ਜਾਂਦੇ ਬਲਕਿ ਉਸ ਦੇ ਗੁਆਂਢੀ ਮਿਸਟਰ ਛਾਬੜਾ ਦੇ ਘਰ ਜਾਂਦੇ ਹਨ। ਅਤੇ ਜਦੋਂ ਮਿਸਟਰ ਛਾਬੜਾ ਵੇਖਦਾ ਹੈ ਕਿ ਲੇਖਕ ਅਤੇ ਉਸ ਦੀ ਪਤਨੀ ਦਾ ਗੇਟ ਤੋਂ ਵਾਪਸ ਜਾਣ ਦਾ ਇਰਾਦਾ ਨਹੀਂ ਹੈ, ਇਸ ਲਈ ਉਹਨਾਂ ਨੂੰ ਆਪਣੇ ਡਰਾਇੰਗ ਰੂਮ ਵਿੱਚ ਬਿਠਾ ਦਿੰਦਾ ਹੈ। ਅਤੇ ਲੇਖਕ ਦੇ ਪੁੱਛਣ 'ਤੇ ਮਿਸਟਰ ਛਾਬੜਾ ਦੱਸਦਾ ਹੈ ਕਿ ਅਹੂਜਾ ਦੀ ਮਾਂ ਜੋ ਹੈ ਉਹ ਕੱਲ੍ਹ ਦੁਪਹਿਰ ਦੀ ਮਰ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਉਹ ਵੀ ਕੱਲ੍ਹ ਹੀ ਪਿਛਲੇ ਪਹਿਰ ਹੋ ਗਿਆ ਸੀ। ਠੀਕ ਹੈ, ਨੈਕਸਟ ਦੇਖੋ ਬੇਟਾ, ਇਹ ਸੁਣ ਕੇ ਲੇਖਕ ਬਹੁਤ ਹੈਰਾਨ ਹੁੰਦਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਜੋਕੇ ਯੁੱਗ ਵਿੱਚ ਮਾਂ-ਬਾਪ ਪਿੰਜਰੇ ਵਿੱਚ ਫਸੇ ਹੋਏ ਚੂਹਿਆਂ ਵਾਂਗ ਹਨ, ਜਿਨ੍ਹਾਂ ਨੂੰ ਲੋਕ ਬਹੁਤ ਹੀ ਸਹਿਜਤਾ ਨਾਲ ਖੁੱਲ੍ਹੇ ਮੈਦਾਨ ਵਿੱਚ ਛੱਡ ਆਉਂਦੇ ਹਨ। ਅਤੇ ਦੂਸਰੇ ਪਾਸੇ ਮਨੁੱਖ ਆਪਣੇ ਕੰਮ ਕਾਜਾਂ ਵਿੱਚ ਇੰਨਾ ਉਲਝ ਗਿਆ ਹੈ ਕਿ ਉਸ ਨੂੰ ਆਪਣੇ ਮਾਂ-ਬਾਪ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਫਜ਼ੂਲ ਲੱਗਦੀਆਂ ਹਨ। ਹੁਣ ਦੇਖੋ ਬੇਟਾ, ਜਦੋਂ ਲੇਖਕ ਮਿਸਟਰ ਅਹੂਜਾ ਦੇ ਮੂੰਹੋਂ ਇਹ ਸੁਣਦਾ ਹੈ ਕਿ ਅਹੂਜਾ ਦੀ ਮਾਂ ਦਾ ਜੋ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸ ਵੇਲੇ ਕੋਈ ਵੀ ਅੰਤਿਮ ਇਸ਼ਨਾਨ ਤੱਕ ਦੀਆਂ ਰਸਮਾਂ ਨਹੀਂ ਕਰਵਾਈਆਂ ਗਈਆਂ, ਇਹ ਸੁਣ ਕੇ ਲੇਖਕ ਬਹੁਤ ਹੈਰਾਨ ਹੁੰਦਾ ਹੈ। ਉਸ ਸਮੇਂ ਲੇਖਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮੇਂ ਵਿੱਚ ਜੋ ਮਾਂ-ਬਾਪ ਹਨ ਉਹਨਾਂ ਦੀ ਹਾਲਤ ਵੀ ਪਿੰਜਰੇ ਵਿੱਚ ਫਸੇ ਹੋਏ ਚੂਹਿਆਂ ਵਾਂਗ ਹੈ, ਜਿਨ੍ਹਾਂ ਨੂੰ ਲੋਕ ਬੜੀ ਹੀ ਆਰਾਮ ਦੇ ਨਾਲ ਖੁੱਲ੍ਹੇ ਮੈਦਾਨ ਵਿੱਚ ਛੱਡ ਆਉਂਦੇ ਹਨ, ਜਿਵੇਂ ਕਿ ਲੇਖਕ ਦੀ ਪਤਨੀ ਪਿੰਜਰੇ ਵਿੱਚ ਫਸੀ ਹੋਈ ਚੂਹੀ ਨੂੰ ਛੱਡ ਕੇ ਆਈ ਸੀ। ਅਤੇ ਦੂਸਰੇ ਪਾਸੇ ਮਨੁੱਖ ਆਪਣੇ ਕੰਮ ਧੰਦਿਆਂ ਵਿੱਚ ਇੰਨਾ ਉਲਝ ਗਿਆ ਹੈ, ਇੰਨਾ ਰੁੱਝ ਗਿਆ ਹੈ ਕਿ ਉਸ ਨੂੰ ਅੱਜ ਆਪਣੇ ਮਾਂ-ਬਾਪ ਦੇ ਅੰਤਿਮ ਸੰਸਕਾਰ ਦੀਆਂ ਜੋ ਰਸਮਾਂ ਹਨ ਉਹ ਵੀ ਵਿਅਰਥ ਲੱਗਦੀਆਂ ਹਨ। ਠੀਕ ਹੈ, ਓਕੇ ਬੇਟਾ, ਇੱਥੇ ਤੱਕ ਸਾਡਾ ਸਾਰ ਕੰਪਲੀਟ ਹੋ ਗਿਆ ਹੈ ਅਤੇ ਇਹ ਸਾਰ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਨੋਟ ਕਰਨਾ ਹੈ। ਠੀਕ ਹੈ, ਥੈਂਕ ਯੂ।